नमस्कार दोस्तों, स्वागत है आपका हमारे यूट्यूब चैनल एग्ज़ाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। हाँ जी, ਅੱਜ ਆਪਾਂ ਪੜਾਂਗੇ ਵਿਲੀਅਮ ਬੈਂਟਿਕ ਦੇ ਸੁਧਾਰ। ਚੱਲਦੇ ਹਾਂ ਜੀ ਅੱਜ ਦੇ ਆਪਣੇ ਇਸ ਟੌਪਿਕ ਤੇ। ਹਾਂਜੀ, ਵਿਲੀਅਮ ਕਵੈਡਿਸ਼ ਬੈਂਟਿਕ। ਹਾਂਜੀ, ਵਿਲੀਅਮ ਜਿਹੜਾ ਬੈਂਟਿਕ ਹੈ ਇਸ ਨੇ ਜੁਲਾਈ 1828 ਦੇ ਵਿੱਚ ਭਾਰਤ ਦੇ ਗਵਰਨਰ ਜਨਰਲ ਦਾ ਜਿਹੜਾ ਅਹੁਦਾ ਸੰਭਾਲਿਆ। ਇਹ ਗੱਲ ਧਿਆਨ ਦੇਣੀ ਹੈ ਕਿ ਇਹ ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀਗਾ। ਇਸ ਤੋਂ ਪਹਿਲਾਂ ਜਿੰਨੇ ਵੀ ਗਵਰਨਰ ਜਨਰਲ ਹੁੰਦੇ ਸੀ ਉਹ ਬੰਗਾਲ ਦੇ ਹੁੰਦੇ ਸੀਗੇ। ਠੀਕ ਹੈ ਜੀ। ਲਾਰਡ ਐਮਹਾਰਟ ਤੋਂ ਬਾਅਦ ਇਸ ਨੇ ਅਹੁਦਾ ਸੰਭਾਲਿਆ ਸੀ। ਵਿਲੀਅਮ ਬੈਂਟਿਕ ਇੱਕ ਉਦਾਰਵਾਦੀ ਸਿਆਸਤਦਾਨ ਸੀ। ਉਦਾਰਵਾਦੀ ਦਾ ਮਤਲਬ ਹੈ ਇੱਕ ਖੁੱਲ੍ਹੇ ਵਿਚਾਰਾਂ ਵਾਲਾ ਪੋਲੀਟੀਸ਼ੀਅਨ ਸੀਗਾ ਇਹ। ਵਿਲੀਅਮ ਬੈਂਟਿਕ ਤੋਂ ਹੀ ਭਾਰਤ ਦੇ ਵਿੱਚ ਸਮਾਜਿਕ ਸੁਧਾਰਾਂ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੁੰਦਾ ਹੈ। ਇਸ ਤੋਂ ਪਹਿਲਾਂ ਜਿੰਨੇ ਵੀ ਗਵਰਨਰ ਜਨਰਲ ਸੀ ਉਹਨਾਂ ਨੇ ਭਾਰਤੀ ਸਮਾਜ ਦੇ ਵਿੱਚ ਜੋ ਬੁਰਾਈਆਂ ਕੁਰੀਤੀਆਂ ਚੱਲਦੀਆਂ ਸੀਗੀਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਕੋਈ ਵੀ ਯਤਨ ਜਾਂ ਉਪਾਅ ਨਹੀਂ ਕੀਤੇ। ਹਾਂਜੀ, ਬੈਂਟਿਕ ਨੇ ਭਾਰਤੀ ਸਮਾਜ ਦੇ ਵਿੱਚ ਹੇਠ ਲਿਖੇ ਜਿਹੜੇ ਪ੍ਰਮੁੱਖ ਸੁਧਾਰ ਹੈ ਜਿਹੜੇ ਕੀਤੇ। ਸਭ ਤੋਂ ਮਹੱਤਵਪੂਰਨ ਜਿਹੜਾ ਇਹਦਾ ਸੁਧਾਰ ਹੈ ਉਹ ਹੈ ਸਤੀ ਪ੍ਰਥਾ ਦਾ ਖਾਤਮਾ। ਠੀਕ ਹੈ ਜੀ। ਵਿਲੀਅਮ ਬੈਂਟਿਕ ਤੋਂ ਪਹਿਲਾਂ ਕਿਸੇ ਵੀ ਗਵਰਨਰ ਜਨਰਲ ਨੇ ਭਾਰਤੀ ਸਮਾਜਿਕ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ। ਵਿਲੀਅਮ ਬੈਂਟਿਕ ਨੇ ਹਿੰਦੂ ਸਮਾਜ ਦੇ ਵਿੱਚ ਸਤੀ ਤੇ ਬਾਲ ਹੱਤਿਆ ਜਾਂ ਭਰੂਣ ਹੱਤਿਆ ਵਰਗੀਆਂ ਜਿਹੜੀਆਂ ਜ਼ਾਲਮ ਪ੍ਰਥਾਵਾਂ ਨੂੰ ਖਤਮ ਕਰਨ ਦੇ ਲਈ ਵਿਸ਼ੇਸ਼ ਯਤਨ ਕੀਤੇ। ਠੀਕ ਹੈ ਜੀ। ਫੀਮੇਲ ਫਿਟਿਸਾਈਡ ਜਿਹੜੀ ਜਿਹਨੂੰ ਆਪਾਂ ਭਰੂਣ ਹੱਤਿਆ ਕਹਿ ਦਿੰਦੇ ਹਾਂ, ਅਤੇ ਹਿੰਦੂ ਸਮਾਜ ਦੇ ਵਿੱਚ ਜਿਹੜੀ ਸਤੀ ਪ੍ਰਥਾ ਸੀਗੀ, ਸਤੀ ਪ੍ਰਥਾ ਦੇ ਵਿੱਚ ਜਦੋਂ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਪਤਨੀ ਨੂੰ ਵੀ ਨਾਲ ਚਿਤਾ ਦੇ ਵਿੱਚ ਜਿੰਦਾ ਜਲਾ ਦਿੱਤਾ ਜਾਂਦਾ ਸੀ। ਹਾਂਜੀ, ਸਤੀ ਪ੍ਰਥਾ ਜਿਹੜੀ ਭਾਰਤ ਦੇ ਵਿੱਚ ਉੱਚ ਜਾਤ ਜਿਹਦੇ ਵਿੱਚ ਬ੍ਰਾਹਮਣ, ਖੱਤਰੀ, ਰਾਜਪੂਤ ਇਹਨਾਂ ਜਾਤਾਂ ਦੇ ਵਿੱਚ ਇਹ ਪ੍ਰਚਲਿਤ ਸੀ। ਇਸ ਪ੍ਰਥਾ ਦਾ ਸਭ ਤੋਂ ਘਿਨਾਉਣਾ ਪੱਖ ਇਹ ਸੀ ਕਿ ਪਤੀ ਦੀ ਮੌਤ ਤੋਂ ਬਾਅਦ ਵਿਧਵਾ ਨੂੰ ਆਪਣੀ ਪਤੀ ਦੀ ਚਿਤਾ ਵਿੱਚ ਹੀ ਜ਼ਬਰਦਸਤੀ ਸਾੜ ਦਿੱਤਾ ਜਾਂਦਾ ਸੀ। ਠੀਕ ਹੈ ਜੀ। ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਜੀ। ਅਕਬਰ ਸਮੇਂ ਬਹੁਤ ਸਾਰੇ ਗਿਆਨਵਾਨ ਭਾਰਤੀ ਰਾਜਿਆਂ ਨੇ ਵੀ ਸਤੀ ਪ੍ਰਥਾ ਨੂੰ ਖਤਮ ਕਰਨ ਦੇ ਲਈ ਯਤਨ ਕੀਤੇ। ਮਰਾਠਿਆਂ ਨੇ ਆਪਣੇ ਸੂਬੇ ਜਾਂ ਇਲਾਕੇ ਦੇ ਵਿੱਚ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਰਾਜਾ ਰਾਮ ਮੋਹਨ ਰਾਏ ਵਰਗੇ ਕੁਝ ਗਿਆਨਵਾਨ ਭਾਰਤੀ ਸਮਾਜ ਸੁਧਾਰਕਾਂ ਨੇ ਵਿਲੀਅਮ ਬੈਂਟਿਕ ਨੂੰ ਇਸ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਨ ਦੇ ਲਈ ਪ੍ਰੇਰਿਤ ਕੀਤਾ। ਇਹਨਾਂ ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਸਦਕਾ ਹੀ 1829 ਦੇ ਵਿੱਚ ਸਤੀ ਪ੍ਰਥਾ ਦੇ ਖਾਤਮੇ ਦਾ ਕਾਨੂੰਨ ਜਿਹੜਾ ਲਾਰਡ ਵਿਲੀਅਮ ਬੈਂਟਿਕ ਨੇ ਪਾਸ ਕੀਤਾ। ਇਸ ਐਕਟ ਦੀ ਧਾਰਾ 17 ਦੇ ਤਹਿਤ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਜਿਹੜਾ ਘੋਸ਼ਿਤ ਕਰ ਦਿੱਤਾ ਗਿਆ ਅਤੇ ਨਾਲ ਇਹਦੇ ਵਿੱਚ ਕੁਝ ਪ੍ਰੋਵੀਜ਼ਨਸ ਰੱਖੀਆਂ ਗਈਆਂ ਵੀ ਜੇ ਕੋਈ ਸਤੀ ਪ੍ਰਥਾ ਨੂੰ ਕਰਦਾ ਹੈ ਤਾਂ ਕੈਪੀਟਲ ਪਨਿਸ਼ਮੈਂਟ ਜਿਹੜੀ ਹੈ ਉਹਦੇ ਲਈ ਰੱਖੀ ਗਈ। ਠੀਕ ਹੈ ਜੀ। ਉਮਰ ਸ਼ੁਰੂ ਦੇ ਵਿੱਚ ਇਹ ਕਾਨੂੰਨ ਸਿਰਫ ਬੰਗਾਲ ਪ੍ਰੈਜ਼ੀਡੈਂਸੀ ਦੇ ਵਿੱਚ ਲਾਗੂ ਕੀਤਾ ਗਿਆ। 1830 ਦੇ ਵਿੱਚ ਇਹ ਨਿਯਮ ਬੰਬਈ, ਮਦਰਾਸ ਪ੍ਰੈਜ਼ੀਡੈਂਸੀ ਵਿੱਚ ਵੀ ਲਾਗੂ ਕੀਤਾ ਗਿਆ। ਠੀਕ ਹੈ, ਧਿਆਨ ਰੱਖਣਾ ਹੈ। ਸਤੀ ਪ੍ਰਥਾ ਦਾ ਜਿਹੜਾ ਇਹ ਕਾਨੂੰਨ ਹੈ ਸ਼ੁਰੂ ਵਿੱਚ ਬੰਗਾਲ ਵਿੱਚ ਅਤੇ 1830 ਦੇ ਵਿੱਚ ਬੰਬੇ ਅਤੇ ਮਦਰਾਸ ਪ੍ਰੈਜ਼ੀਡੈਂਸੀ ਵਿੱਚ ਵੀ ਲਾਗੂ ਕੀਤਾ ਗਿਆ। ਰਾਜਾ ਰਾਮ ਮੋਹਨ ਰਾਏ ਅਤੇ ਦਵਿੰਦਰ ਨਾਥ ਟੈਗੋਰ ਵਰਗੇ ਸਮਾਜ ਸੁਧਾਰਕਾਂ ਨੇ ਉਪਰੋਕਤ ਜਿਹੜਾ ਕਾਨੂੰਨ ਹੈ ਉਸ ਦੇ ਲਈ ਵਿਲੀਅਮ ਬੈਂਟਿਕ ਦਾ ਜਿਹੜਾ ਉਹ ਧੰਨਵਾਦ ਕੀਤਾ। ਇਸ ਤੋਂ ਇਲਾਵਾ ਦੇਵੀ ਦੇਵਤਿਆਂ ਦੇ ਸਾਹਮਣੇ ਮਨੁੱਖੀ ਬਲੀ ਦੇਣ ਦੀ ਪ੍ਰਥਾ ਨੂੰ ਵੀ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਅਤੇ ਰਾਜਪੂਤਾਂ ਵਿੱਚ ਵਰ੍ਹਿਆਂ ਤੋਂ ਚਲੀ ਆ ਰਹੀ ਕੁੜੀ ਕਤਲ, ਭਰੂਣ ਹੱਤਿਆ, ਫੀਮੇਲ ਇਨਫੈਂਟੀਸਾਈਡ ਨੂੰ ਵੀ ਰੋਕ ਦਿੱਤਾ ਗਿਆ। ਠੀਕ ਹੈ ਜੀ। ਫੀਮੇਲ ਫਿਟਿਸਾਈਡ ਜਾਂ ਇਨਫੈਂਟੀਸਾਈਡ, ਠੀਕ ਹੈ, ਇਹਨਾਂ ਦੇ ਜਿਹੜੀਆਂ ਸਮਾਜਿਕ ਕੁਰੀਤੀਆਂ ਸੀ, ਬੁਰਾਈਆਂ ਸੀ, ਇਹਨਾਂ 'ਤੇ ਵੀ ਪੂਰੀ ਤਰ੍ਹਾਂ ਲਗਾਮ ਜਿਹੜੀ ਉਹ ਲਗਾਈ ਗਈ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਠੱਗੀ ਸਮੱਸਿਆ ਦਾ ਖਾਤਮਾ। ਉਸ ਸਮੇਂ ਠੱਗ ਸ਼ਬਦ ਦਾ ਮਤਲਬ ਹੈ ਜਿਹੜਾ ਉਹ ਡਾਕੂ ਜਾਂ ਕਾਤਲਾਂ ਦਾ ਸਮੂਹ ਹੁੰਦਾ ਸੀ ਅਤੇ ਇਹ ਜਿਹੜਾ ਗਿਰੋਹ ਹੈ ਸੰਤਾਂ, ਠੀਕ ਹੈ ਜੀ, ਇੱਥੇ ਰਿਸ਼ੀਆਂ ਹੋਣਾ ਸੀ, ਰਿਸ਼ੀਆਂ, ਸੰਤਾਂ ਅਤੇ ਕੁਝ ਵਿਸ਼ੇਸ਼ ਵਰਗ ਦੇ ਲੋਕਾਂ ਨੂੰ ਲੁੱਟਣ ਅਤੇ ਕਤਲ ਕਰਕੇ ਆਪਣਾ ਜਿਹੜਾ ਗੁਜ਼ਾਰਾ ਉਹ ਚਲਾਉਂਦਾ ਸੀ। ਮੁਗਲ ਸਾਮਰਾਜ ਦੇ ਪਤਨ ਦੇ ਸਮੇਂ ਜਦੋਂ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਈ ਤਾਂ ਇਹਨਾਂ ਠੱਗਾਂ ਨੇ ਆਪਣੇ ਕੰਮ ਦੇ ਖੇਤਰ ਨੂੰ ਵਧਾਉਣ ਦਾ ਇਹਨਾਂ ਠੱਗਾਂ ਨੂੰ ਮੌਕਾ ਜਾਂ ਸਮਾਂ ਮਿਲ ਗਿਆ। ਛੋਟੀਆਂ ਰਿਆਸਤਾਂ ਦੇ ਅਧਿਕਾਰੀਆਂ ਇਹਨਾਂ ਠੱਗਾਂ ਦੇ ਨਾਲ ਨਜਿੱਠਣ ਦੇ ਯੋਗ ਨਹੀਂ ਸਨ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੇ ਜੀ। ਇਹ ਜਿਹੜੇ ਠੱਗ ਲੋਕ ਹੈ ਮੁੱਖ ਤੌਰ 'ਤੇ ਅਵਧ ਤੋਂ ਲੈ ਕੇ ਹੈਦਰਾਬਾਦ ਤੱਕ, ਰਾਜਪੁਤਾਨਾ, ਬੁੰਦੇਲਖੰਡ ਦੇ ਪੂਰੇ ਖੇਤਰਾਂ ਦੇ ਵਿੱਚ ਸਰਗਰਮ ਸਨ ਅਤੇ ਇਹਨਾਂ ਵਿੱਚ ਹਿੰਦੂ ਮੁਸਲਮਾਨ ਦੋਹਾਂ ਧਰਮਾਂ ਨੂੰ ਮੰਨਣ ਵਾਲੇ ਜਿਹੜੇ ਲੋਕ ਹੈ ਉਹ ਇਹਨਾਂ ਵਿੱਚ ਸ਼ਾਮਲ ਸਨ। ਵਿਲੀਅਮ ਬੈਂਟਿਕ ਨੇ ਇਹਨਾਂ ਠੱਗਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਯੋਜਨਾ ਤਿਆਰ ਕੀਤੀ ਅਤੇ ਜਨਤਾ ਨੇ ਠੱਗਾਂ ਦੀ ਸਮੱਸਿਆ ਦੇ ਖਾਤਮੇ ਦੇ ਲਈ ਸਰਕਾਰ ਦਾ ਪੂਰਨ ਸਹਿਯੋਗ ਕੀਤਾ। ਭਾਵੇਂ ਕਿ ਲੋਕਾਂ ਨੇ ਸਰਕਾਰ ਦਾ ਜਿਹੜਾ ਸਤੀ ਪ੍ਰਥਾ ਦੇ ਖਾਤਮੇ ਵਿੱਚ ਪੂਰਨ ਸਹਿਯੋਗ ਨਾ ਪ੍ਰਾਪਤ ਹੋ ਸਕਿਆ, ਪਰ ਠੱਗਾਂ ਦੀ ਸਮੱਸਿਆ ਦੇ ਖਾਤਮੇ ਦੇ ਵਿੱਚ ਜਨਤਾ ਨੇ ਸਰਕਾਰ ਦਾ ਪੂਰਨ ਸਹਿਯੋਗ ਦਿੱਤਾ। ਹਾਂਜੀ, ਕਰਨਲ ਦੀ ਅਗਵਾਈ ਹੇਠ ਠੱਗਾਂ ਵਿਰੁੱਧ ਕਾਰਵਾਈਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ। 150 ਦੇ ਕਰੀਬ ਠੱਗਾਂ ਨੂੰ ਬੰਦੀ ਬਣਾ ਲਿਆ ਗਿਆ। ਬਹੁਤ ਸਾਰੇ ਠੱਗਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਬਾਕੀਆਂ ਨੂੰ ਜਿਹੜਾ ਉਮਰ ਕੈਦ ਜਿਹਨੂੰ ਕਹਿ ਦਿੰਦੇ ਆਪਾਂ ਉਹ ਜਿਹੜੀਆਂ ਦਿੱਤੀਆਂ ਗਈਆਂ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ, ਇੱਥੇ ਉਮਰ ਕੈਦ ਹੋਣਾ ਸੀ। 1837 ਤੋਂ ਬਾਅਦ ਠੱਗਾਂ ਦਾ ਜਿਹੜਾ ਸੰਗਠਨ ਪੂਰੀ ਤਰ੍ਹਾਂ ਜਿਹੜਾ ਉਹ ਖਤਮ ਕਰ ਦਿੱਤਾ ਗਿਆ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਇਹ ਦੂਸਰੀ ਜਿਹੜੀ ਬੁਰਾਈ ਸੀ ਜਿਹੜੀ ਕਿ ਲਾਰਡ ਵਿਲੀਅਮ ਬੈਂਟਿਕ ਨੇ ਉਸ ਨੂੰ ਖਤਮ ਕਰਨ ਦੇ ਲਈ ਕਾਨੂੰਨ ਬਣਾਇਆ ਸੀ। ਹਾਂਜੀ, ਤੀਸਰਾ ਹੈ ਸਰਕਾਰੀ ਸੇਵਾਵਾਂ ਵਿੱਚ ਭੇਦਭਾਵ ਨੂੰ ਖਤਮ ਕਰਨਾ। ਹਾਂਜੀ, ਆਪਾਂ ਪੜ੍ਹ ਕੇ ਗਏ ਹਾਂ ਪਿੱਛੇ ਲਾਰਡ ਕਾਰਨਵਾਲਿਸ। ਲਾਰਡ ਕਾਰਨਵਾਲਿਸ ਨੇ ਆਪਣੇ ਸੁਧਾਰਾਂ ਦੇ ਵਿੱਚ ਜਿਹੜੀਆਂ ਨੌਕਰੀਆਂ ਹੈ, ਠੀਕ ਹੈ ਜੀ, ਉਹ ਯੋਗਤਾ ਦੇ ਆਧਾਰ 'ਤੇ ਕੀਤੀਆਂ ਸਨ ਵੀ ਜਿਹਦੀ ਕੁਆਲੀਫਿਕੇਸ਼ਨ ਜ਼ਿਆਦਾ ਹੈ ਉਹਨੂੰ ਹਾਇਰ ਪੋਸਟ ਦਿੱਤੀ ਜਾਂਦੀ ਸੀ, ਪਰ ਉਸ ਦਾ ਭਾਰਤੀਆਂ ਪ੍ਰਤੀ ਭੇਦਭਾਵ ਦੀ ਨੀਤੀ ਬਣਾਈ।
ਸਿਰਫ ਅੰਗਰੇਜ਼ ਲੋਕਾਂ ਨੂੰ ਹੀ ਉਹ ਅਹੁਦਿਆਂ 'ਤੇ ਉਸਨੇ ਤੈਨਾਤ ਕੀਤਾ। ਪਰ ਜਿਹੜਾ ਲਾਰਡ ਵਿਲੀਅਮ ਬੈਂਟਿਕ ਹੈ, ਇਸ ਨੇ ਇਸ ਭੇਦਭਾਵ ਦੀ ਜਿਹੜੀ ਨੀਤੀ ਸੀ ਇਸ ਨੂੰ ਖਤਮ ਕਰ ਦਿੱਤਾ। ਹਾਂਜੀ, ਲਾਰਡ ਵਿਲੀਅਮ ਬੈਂਟਿਕ ਨੇ ਸਰਕਾਰੀ ਸੇਵਾਵਾਂ ਦੇ ਵਿੱਚ ਵਿਤਕਰੇ ਦੀ ਜਿਹੜੀ ਨੀਤੀ ਸੀਗੀ, ਉਹ ਜਿਹੜੀ ਕਿ ਲਾਰਡ ਕਾਰਨਵਾਲਿਸ ਦੇ ਸਮੇਂ ਤੋਂ ਚੱਲੀ ਆ ਰਹੀ ਸੀ, ਉਸ ਨੂੰ ਖਤਮ ਕਰ ਦਿੱਤਾ। 1833 ਦੇ ਚਾਰਟਰ ਐਕਟ ਦੇ ਸੈਕਸ਼ਨ 87 ਦੇ ਵਿੱਚ ਇਹ ਵਿਵਸਥਾ ਕੀਤੀ ਗਈ ਕਿ ਸਰਕਾਰ ਦੀਆਂ ਸੇਵਾਵਾਂ ਦੇ ਵਿੱਚ ਭਰਤੀ ਲਈ ਯੋਗਤਾ ਨੂੰ ਇੱਕੋ ਇੱਕ ਆਧਾਰ ਹੈ ਜਿਹੜਾ ਉਹ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਧਿਆਨ ਦੇਣਾ, ਚਾਰਟਰ ਐਕਟ 1833 ਦਾ ਇਹਦੇ ਵਿੱਚ ਨੌਕਰੀਆਂ ਦੇ ਲਈ ਇੱਕੋ ਇੱਕ ਆਧਾਰ ਹੈ ਜਿਹੜਾ ਤਿਆਰ ਕੀਤਾ ਗਿਆ, ਉਹ ਸੀਗਾ ਯੋਗਤਾ। ਚਾਹੇ ਉਹ ਇੰਡੀਅਨ ਲੋਕ ਹੋਣ, ਚਾਹੇ ਬ੍ਰਿਟਿਸ਼ ਲੋਕ ਹੋਣ, ਪਰ ਜੇ ਉਹ ਕਾਬਲ ਹੈ ਤਾਂ ਉਹਨਾਂ ਨੂੰ ਉਹ ਨੌਕਰੀ ਦਿੱਤੀ ਜਾਏਗੀ। ਹਾਂਜੀ, ਚੌਥਾ ਸੀਗਾ ਪ੍ਰੈਸ ਦੀ ਆਜ਼ਾਦੀ। ਲਾਰਡ ਵਿਲੀਅਮ ਬੈਂਟਿਕ ਹੈ, ਉਹ ਅਖਬਾਰਾਂ ਦੇ ਪ੍ਰਤੀ ਉਸ ਦੀ ਜਿਹੜੀ ਨੀਤੀ ਹੈ ਉਹ ਖੁੱਲ੍ਹੀ ਜਾਂ ਉਦਾਰਵਾਦੀ ਸੀ। ਠੀਕ ਹੈ ਜੀ। ਲਾਰਡ ਵਿਲੀਅਮ ਬੈਂਟਿਕ ਹੈ ਜਿਹੜਾ ਉਸਨੇ ਪ੍ਰੈਸ ਜਾਂ ਅਖਬਾਰਾਂ ਦੀ ਆਜ਼ਾਦੀ ਦੀ ਬਹੁਤ ਜ਼ਿਆਦਾ ਜ਼ਬਰਦਸਤ ਜਿਹੜੀ ਉਹ ਵਕਾਲਤ ਕੀਤੀ ਅਤੇ ਇੱਕ ਪ੍ਰੈਸ ਦੀ ਆਜ਼ਾਦੀ ਦੇ ਵਕੀਲ ਦੇ ਰੂਪ ਵਿੱਚ ਉੱਭਰੇ। ਲਾਰਡ ਵਿਲੀਅਮ ਬੈਂਟਿਕ ਦਾ ਵਿਚਾਰ ਸੀ ਕਿ ਮਦਰਾਸ ਦੇ ਵਿੱਚ ਫੌਜੀ ਬਗਾਵਤ ਦਾ ਮੁੱਖ ਕਾਰਨ ਇੱਥੇ ਅਖਬਾਰਾਂ ਦੀ ਆਜ਼ਾਦੀ ਦੀ ਜਿਹੜੀ ਘਾਟ ਸੀ, ਅਤੇ ਉਹਨਾਂ ਦਾ ਇਹ ਵੀ ਵਿਚਾਰ ਸੀ ਕਿ ਸਰਕਾਰ ਪ੍ਰਤੀ ਜਨਤਾ ਦਾ ਜਿਹੜਾ ਰਵੱਈਆ ਉਹ ਅਖਬਾਰਾਂ ਵਿੱਚ ਪ੍ਰਗਟ ਵਿਚਾਰਾਂ ਤੋਂ ਹੀ ਪ੍ਰਗਟ ਹੁੰਦਾ ਹੈ। ਠੀਕ ਹੈ ਜੀ। ਸਰਕਾਰ ਪ੍ਰਤੀ ਲੋਕਾਂ ਦੀ ਕੀ ਦ੍ਰਿਸ਼ਟੀਕੋਣ ਹੈ, ਕੀ ਉਹਨਾਂ ਦੇ ਵਿਚਾਰ ਹੈ, ਇਹ ਸਭ ਕੁਝ ਅਖਬਾਰਾਂ ਰਾਹੀਂ ਹੀ ਪ੍ਰਗਟ ਹੁੰਦਾ ਹੈ। ਵਿਚ ਆਫ ਦੀ ਫੋਲੋਇੰਗ ਵਾਰ ਦੀ ਸੋਸ਼ਲ ਰਿਫਾਰਮਸ, ਠੀਕ ਹੈ ਜੀ, ਇੰਟਰੋਡਿਊਸਡ ਬਾਈ ਵਿਲੀਅਮ ਬੈਂਟਿਕ। ਦੱਸਣਾ ਹੈ ਵਿਲੀਅਮ ਬੈਂਟਿਕ ਦੇ ਦੁਆਰਾ ਕਿਹੜੇ ਸਮਾਜਿਕ ਜਿਹੜੇ ਰਿਫਾਰਮਸ ਹੈ ਉਹ ਕੀਤੇ ਗਏ। ਹਾਂਜੀ, ਐਬੋਲਿਸ਼ਨ ਆਫ ਸਤੀ ਪ੍ਰਥਾ ਦਾ ਖਾਤਮਾ, ਹਾਂਜੀ ਇਹ ਵੀ ਕੀਤਾ ਗਿਆ ਸੀਗਾ। ਹਾਂਜੀ, ਐਬੋਲਿਸ਼ਨ ਆਫ ਸਲੇਵਰੀ, ਗੁਲਾਮੀ ਪ੍ਰਥਾ ਦਾ ਖਾਤਮਾ ਇਹਦੇ ਦੁਆਰਾ ਨਹੀਂ ਕੀਤਾ ਗਿਆ ਸੀਗਾ। ਹਾਂਜੀ, ਦੋ ਨੂੰ ਆਪਾਂ ਐਲੀਮੀਨੇਟ ਕਰਾਂਗੇ। ਪੁਆਇੰਟ 2 ਅਤੇ 3 ਜਿਹੜੇ ਉਹ ਐਲੀਮੀਨੇਟ ਹੋ ਜਾਣਗੇ। ਹਾਂਜੀ, ਰਿਮੂਵਲ ਆਫ ਡਿਸੇਬਿਲਟੀਜ਼ ਡਿਊ ਟੂ ਚੇਂਜ ਆਫ ਰਿਲੀਜਨ, ਧਰਮ ਪਰਿਵਰਤਨ ਦੇ ਕਾਰਨ ਜਿਹੜੀਆਂ ਡਿਸੇਬਿਲਟੀਜ਼ ਆਉਂਦੀਆਂ ਸੀਗੀਆਂ, ਵੀ ਜੇ ਕੋਈ ਹਿੰਦੂ ਧਰਮ ਮੁਸਲਮਾਨ ਬਣ ਜਾਂਦਾ ਸੀ ਤਾਂ ਉਹਨੂੰ ਤਸੀਹੇ ਦਿੱਤੇ ਜਾਂਦੇ, ਸਰੀਰਕ ਉਸਦੇ ਅੰਗ ਵੱਢ ਦਿੱਤੇ ਜਾਂਦੇ ਸੀ। ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰ ਦਿੱਤਾ। ਸਪਰੈਸ਼ਨਸ ਆਫ ਦੀ ਆਰਗੇਨਾਈਜ਼ਡ ਬੈਂਡ ਆਫ ਠੱਗਸ, ਜਿਹੜੇ ਠੱਗਸ ਹੈ ਉਹਨਾਂ 'ਤੇ ਪੂਰਨ ਪਾਬੰਦੀ ਲਗਾ ਦਿੱਤੀ, ਉਹਨਾਂ ਦਾ ਦਮਨ ਕਰ ਦਿੱਤਾ। ਇਹ ਵੀ ਇਹਦਾ ਇੱਕ ਸੋਸ਼ਲ ਰਿਫਾਰਮ ਸੀ। ਅਤੇ ਰਾਈਟ ਆਂਸਰ ਬਣ ਜਾਏਗਾ 1, 3 ਐਂਡ 4। ਰਾਈਟ ਆਂਸਰ ਬਣ ਜਾਏਗਾ 1, 3 ਐਂਡ 4। ਦੀ ਸਤੀ ਪ੍ਰਥਾ ਵਾਜ਼ ਡਿਕਲੇਅਰਡ ਇਲੀਗਲ ਡਿਊਰਿੰਗ ਦੀ ਟਾਈਮ ਆਫ ਦੀ ਗਵਰਨਰ ਜਨਰਲ। ਦੱਸਣਾ ਹੈ ਕਿਸ ਗਵਰਨਰ ਜਨਰਲ ਦੇ ਕਾਲ ਦੇ ਵਿੱਚ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ। ਹਾਂਜੀ, ਉਹ ਹੈ ਲਾਰਡ ਵਿਲੀਅਮ ਬੈਂਟਿਕ। ਹੂ ਅਬੋਲਿਸ਼ਡ ਦੀ ਇਨਹਿਊਮਨ ਪ੍ਰੈਕਟਿਸ ਆਫ ਸਤੀ ਇਨ 1829, 1829 ਦੇ ਵਿੱਚ ਕਿਸ ਨੇ ਸਤੀ ਪ੍ਰਥਾ ਦੀ ਜਿਹੜੀ ਗੈਰ ਮਾਨਵਤਾਵਾਦੀ ਜਿਹੜੀ ਅਭਿਆਸ ਸੀ ਉਸ ਨੂੰ ਖਤਮ ਕਰ ਦਿੱਤਾ। ਹਾਂਜੀ, ਉਹ ਸੀ ਲਾਰਡ ਵਿਲੀਅਮ ਬੈਂਟਿਕ। ਐਜ਼ ਪਰ ਦੀ ਸਤੀ ਪ੍ਰੋਹਿਬਿਸ਼ਨ ਐਕਟ, ਸਤੀ ਪਾਬੰਦੀ ਕਾਨੂੰਨ ਦੇ ਤਹਿਤ ਐਨੀਵਨ ਹੂ ਫੋਰਸਡ ਅ ਵੂਮਨ ਟੂ ਪਰਫਾਰਮ ਸਤੀ ਵੁੱਡ ਬੀ ਗਿਵਨ, ਕੋਈ ਵੀ ਨਾਗਰਿਕ ਜੋ ਹੈ ਵਿਅਕਤੀ ਜੋ ਔਰਤ ਨੂੰ ਸਤੀ ਹੋਣ ਦੇ ਲਈ ਮਜਬੂਰ ਕਰਦਾ ਉਸ ਨੂੰ ਕਿਹੜੀ ਸਜ਼ਾ ਦਿੱਤੀ ਜਾਏਗੀ, ਉਹ ਸੀ ਕੈਪੀਟਲ ਪਨਿਸ਼ਮੈਂਟ। ਠੀਕ ਹੈ ਜੀ, ਇਹਦਾ ਮਤਲਬ ਨਾ ਮੌਤ ਦੀ ਸਜ਼ਾ। ਠੀਕ ਹੈ, ਧਿਆਨ ਰੱਖਣਾ ਹੈ, ਕੈਪੀਟਲ ਪਨਿਸ਼ਮੈਂਟ, ਮੌਤ ਦੀ ਸਜ਼ਾ ਦਿੱਤੀ ਜਾਏਗੀ। ਲਾਰਡ ਵਿਲੀਅਮ ਬੈਂਟਿਕ ਆਲਸੋ ਅਬੋਲਿਸ਼ਡ, ਲਾਰਡ ਵਿਲੀਅਮ ਬੈਂਟਿਕ ਹੈ ਉਸਨੇ ਕੀ ਖਤਮ ਕੀਤਾ। ਫੀਮੇਲ ਇਨਫੈਂਟੀਸਾਈਡ, ਬਿਲਕੁਲ ਸਹੀ ਹੈ, ਲੜਕੀ ਦਾ ਜਿਹੜਾ ਕਤਲ ਹੈ ਉਸ ਨੂੰ ਖਤਮ ਕੀਤਾ। ਮੇਲ ਇਨਫੈਂਟੀਸਾਈਡ ਨਹੀਂ, ਇਹ ਨਹੀਂ ਆਏਗਾ। ਠੀਕ ਹੈ ਜੀ। ਚਾਈਲਡ ਮੈਰਿਜ, ਇਹ ਵੀ ਨਹੀਂ ਹੈਗਾ ਇਹਦੇ ਵਿੱਚ। ਨਨ ਆਫ ਦੀਸ, ਇਹਦਾ ਰਾਈਟ ਆਂਸਰ ਬਣੇਗਾ ਜੀ 1। ਲਾਰਡ ਵਿਲੀਅਮ ਬੈਂਟਿਕ ਪਾਸਡ ਦੀ ਸਤੀ ਪ੍ਰੋਹਿਬਿਸ਼ਨ ਐਕਟ ਵਿਦ ਦੀ ਹੈਲਪ ਆਫ, ਦੱਸਣਾ ਕਿਸ ਦੀ ਮਦਦ ਦੇ ਨਾਲ ਲਾਰਡ ਵਿਲੀਅਮ ਬੈਂਟਿਕ ਨੇ ਸਤੀ ਪ੍ਰਥਾ ਨੂੰ ਖਤਮ ਕਰਨ ਦਾ ਜਿਹੜਾ ਐਕਟ ਹੈ, ਕਾਨੂੰਨ ਹੈ, ਉਹ ਪਾਸ ਕੀਤਾ ਸੀ। ਉਹ ਸੀ ਰਾਜਾ ਰਾਮ ਮੋਹਨ ਰਾਏ। ਠੀਕ ਹੈ ਜੀ। ਵਿਚ ਆਫ ਦੀ ਫੋਲੋਇੰਗ ਸੋਸ਼ਲ ਰਿਫਾਰਮਰਸ ਇਜ਼ ਔਰ ਆਰ ਐਸੋਸੀਏਟਡ ਵਿਦ ਦੀ ਲਾਰਡ ਵਿਲੀਅਮ ਬੈਂਟਿਕ, ਦੱਸਣਾ ਕਿਹੜੇ ਸਮਾਜਿਕ ਸੁਧਾਰ ਹੈ ਜਿਹੜੇ ਲਾਰਡ ਵਿਲੀਅਮ ਬੈਂਟਿਕ ਦੇ ਨਾਲ ਸੰਬੰਧਿਤ ਹਨ। ਹਾਂਜੀ, ਪ੍ਰੋਹਿਬਿਸ਼ਨ ਆਫ ਸਤੀ ਬਿਲਕੁਲ ਹੈ ਜੀ, ਸਤੀ ਦਾ ਖਾਤਮਾ। ਠੱਗਾਂ ਦਾ ਦਮਨ ਵੀ ਇਹਦੇ ਵਿੱਚ ਹੈ। ਬੈਨਿੰਗ ਆਫ ਫੀਮੇਲ ਇਨਫੈਂਟੀਸਾਈਡ, ਹਾਂਜੀ ਬੱਚੀਆਂ ਦੇ ਕਤਲ ਤੇ ਬੈਨ, ਇਹਦਾ ਰਾਈਟ ਆਂਸਰ ਬਣੇਗਾ ਜੀ ਆਲ ਆਫ ਦੀ ਅਬਵ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। ਹਾਂਜੀ, ਕੁਝ ਹੈ ਜੀ ਵਿਦਿਅਕ ਸੁਧਾਰ। ਹਾਂਜੀ, ਇਹ ਇੰਪੋਰਟੈਂਟ ਹੈ ਜੀ। ਐਜੂਕੇਸ਼ਨਲ ਰਿਫਾਰਮਸ ਕਿਹੜੇ ਕੀਤੇ ਸੀਗੇ ਲਾਰਡ ਵਿਲੀਅਮ ਬੈਂਟਿਕ ਆ, ਉਸਨੇ ਸਿੱਖਿਆ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਸੁਧਾਰ ਹੈ ਜਿਹੜੇ ਉਹ ਕੀਤੇ। ਉਸਨੇ ਲਾਰਡ ਮੈਕਾਲੇ ਦੀ ਪ੍ਰਧਾਨਗੀ ਦੇ ਵਿੱਚ ਲੋਕ ਸਿੱਖਿਆ ਕਮੇਟੀ ਬਣਾਈ, ਇਹ ਬਹੁਤ ਇੰਪੋਰਟੈਂਟ ਹੈ ਜੀ। ਇਸ ਕਮੇਟੀ ਦੀਆਂ ਰਿਕਮੈਂਡੇਸ਼ਨ ਇੰਪੋਰਟੈਂਟ ਹੈ, ਧਿਆਨ ਰੱਖਣੀਆਂ। ਇਹ 2 ਫਰਵਰੀ 1835 ਦੇ ਵਿੱਚ ਲਾਰਡ ਮੈਕਾਲੇ ਨੇ ਆਪਣੀਆਂ ਸਿਫਾਰਸ਼ਾਂ ਤਿਆਰ ਕੀਤੀਆਂ। ਹਾਂਜੀ, ਇਹ ਜਿਹੜੀਆਂ ਸਿਫਾਰਸ਼ਾਂ ਦਿੱਤੀਆਂ ਸੀ ਉਹਨੂੰ ਮਿੰਟ ਕਹਿ ਦਿੰਦੇ ਆ। ਅੱਜ ਵੀ ਇਹ ਚੱਲਦਾ ਹੈ, ਜਦੋਂ ਵੀ ਕੋਈ ਰਿਕਮੈਂਡੇਸ਼ਨ ਦਿੰਦੇ ਆ ਉਹਨੂੰ ਆਪਾਂ ਮਿੰਟ ਕਿਹਾ ਜਾਂਦਾ। ਮੈਕਾਲੇ ਦਾ ਵਿਚਾਰ ਸੀ ਕਿ ਭਾਰਤੀ ਭਾਸ਼ਾਵਾਂ ਦੇ ਵਿੱਚ ਨਾ ਤਾਂ ਕੋਈ ਸਾਹਿਤਿਕ ਤੱਤ ਹੈ ਅਤੇ ਨਾ ਹੀ ਕੋਈ ਵਿਗਿਆਨਕ ਜਾਣਕਾਰੀ ਦਿੱਤੀ ਜਾ ਸਕਦੀ ਹੈ। ਵੀ ਜਿਹੜਾ ਲਾਰਡ ਮੈਕਾਲੇ ਹੈ ਉਹਦਾ ਮੰਨਣਾ ਸੀ ਜਿਹੜੀ ਭਾਰਤੀਆਂ ਭਾਸ਼ਾਵਾਂ ਹੈ ਉਹਨਾਂ ਵਿੱਚ ਸਾਇੰਟੀਫਿਕ ਇਨਫੋਰਮੇਸ਼ਨ ਨਹੀਂ ਦਿੱਤੀ ਜਾ ਸਕਦੀ, ਨਾ ਹੀ ਕੋਈ ਇਹਦੇ ਵਿੱਚ ਇੰਟਰਸਟਿੰਗ ਲਿਟਰੇਚਰ ਹੈ। ਅਸਲ ਦੇ ਵਿੱਚ ਮੈਕਾਲੇ ਦੀ ਜਿਹੜੀ ਯੋਜਨਾ ਸੀ ਉਹ ਭਾਰਤ ਦੇ ਵਿੱਚ ਇੱਕ ਅਜਿਹੀ ਫੌਜ ਜਾਂ ਜਮਾਤ ਨੂੰ ਬਣਾਉਣਾ ਸੀ ਜੋ ਰੰਗ ਰੂਪ ਅਤੇ ਖੂਨ ਦੇ ਵਿੱਚ ਤਾਂ ਭਾਰਤੀ ਹੋਵੇਗੀ, ਪਰ ਉਸ ਦੀ ਸੋਚ, ਉਹਦਾ ਨਜ਼ਰੀਆ, ਸੁਭਾਅ, ਬੁੱਧੀ ਅਤੇ ਨੈਤਿਕਤਾ ਉਹ ਅੰਗਰੇਜ਼ੀ ਹੋਵੇ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਇੰਪੋਰਟੈਂਟ ਹੈ। ਇਹ ਅਜਿਹੀ ਇੱਕ ਫੌਜ ਤਿਆਰ ਕਰਨਾ ਚਾਹੁੰਦਾ ਸੀ ਮੈਕਾਲੇ ਜਿਹੜੀ ਅੰਗਰੇਜ਼ਾਂ ਦੇ ਲਈ ਮਦਦਗਾਰ ਰਵੇ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੀ ਹੈ। ਮੈਕਾਲੇ ਦੀ ਇਸ ਯੋਜਨਾ ਨੂੰ 7 ਮਾਰਚ 1835 ਵਿੱਚ ਪ੍ਰਵਾਨਗੀ ਮਿਲੀ ਅਤੇ ਇਹਦੇ ਵਿੱਚ ਯੋਜਨਾ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਉੱਚ ਪੱਧਰੀ ਪ੍ਰਸ਼ਾਸਨ ਅਤੇ ਅਦਾਲਤ ਦੀ ਜਿਹੜੀ ਭਾਸ਼ਾ ਉਹ ਅੰਗਰੇਜ਼ੀ ਹੋਵੇਗੀ ਅਤੇ ਅੰਗਰੇਜ਼ੀ ਭਾਸ਼ਾ ਅਤੇ ਅੰਗਰੇਜ਼ੀ ਲਿਟਰੇਚਰ ਨੂੰ ਹੀ ਉੱਚ ਸਿੱਖਿਆ ਨੀਤੀ ਦਾ ਆਧਾਰ ਬਣਾਇਆ ਗਿਆ। ਹਾਇਰ ਐਜੂਕੇਸ਼ਨ ਪੋਲਿਸੀ ਹੈ ਉਹਦਾ ਵੀ ਜਿਹੜਾ ਆਧਾਰ ਹੈ ਉਹ ਅੰਗਰੇਜ਼ੀ ਭਾਸ਼ਾ ਨੂੰ ਬਣਾਇਆ ਗਿਆ।
हाँ जी, 1835 ਦੇ ਵਿੱਚ ਲਾਰਡ ਵਿਲੀਅਮ ਬੈਂਟਿਕ ਨੇ ਕਲਕੱਤਾ ਦੇ ਵਿੱਚ ਇੱਕ ਮੈਡੀਕਲ ਕਾਲਜ ਦੀ ਵੀ ਸਥਾਪਨਾ ਕੀਤੀ ਸੀ। ਠੀਕ ਹੈ ਜੀ, ਇਹ ਹੈ ਉਹਦੀ ਐਜੂਕੇਸ਼ਨਲ ਰਿਫਾਰਮਸ ਧਿਆਨ 'ਚ ਰੱਖਣੀਆਂ ਜੀ। ਹਾਂਜੀ, ਉਸ ਤੋਂ ਬਾਅਦ ਹੈ ਜੀ ਵਿੱਤੀ ਪ੍ਰਸ਼ਾਸਨ ਦੇ ਵਿੱਚ ਸੁਧਾਰ। ਬਰਮਾ ਯੁੱਧ ਦੇ ਕਾਰਨ ਜਿਹੜੇ ਕੰਪਨੀ ਦੇ ਫੰਡ ਲਗਭਗ ਖਤਮ ਹੋ ਚੁੱਕੇ ਸਨ। ਜਨਤਕ ਖਰਚਿਆਂ ਦੇ ਵਿੱਚ ਕਟੌਤੀ ਕਰਨਾ ਲਾਰਡ ਵਿਲੀਅਮ ਬੈਂਟਿਕ ਦੇ ਸਾਹਮਣੇ ਇੱਕ ਮੁੱਖ ਸਮੱਸਿਆ ਜਾਂ ਚੁਣੌਤੀ ਸੀ। ਇਸ ਚੁਣੌਤੀ ਦਾ ਮੁਕਾਬਲਾ ਕਰਨ ਦੇ ਲਈ ਉਸਨੇ ਦੋ ਕਮੇਟੀਆਂ ਬਣਾਈਆਂ, ਇੱਕ ਸੀ ਸਿਵਿਲੀਅਨ ਕਮੇਟੀ ਤੇ ਦੂਸਰੀ ਸੀ ਸੈਨਿਕ ਜਾਂ ਫੌਜੀ ਕਮੇਟੀ। ਇਹਨਾਂ ਦੋਹਾਂ ਕਮੇਟੀਆਂ ਦਾ ਕੰਮ ਸੀ ਖਰਚਿਆਂ ਵਿੱਚ ਕਮੀ ਕਰਨ ਦੇ ਸੁਝਾਅ ਦੇਣਾ। ਤੇ ਇਸ ਤੋਂ ਬਿਨਾਂ ਬੰਗਾਲ ਦੇ ਵਿੱਚ ਭੂ ਲਗਾਨ ਦੀ ਵਸੂਲੀ ਦੇ ਲਈ ਵੀ ਪ੍ਰਭਾਵਸ਼ਾਲੀ ਕਦਮ ਹੈ ਜਿਹੜੇ ਚੁੱਕੇ ਗਏ, ਭਾਵ ਇਨਕਮ ਵਧਾਉਣ ਦੇ ਵੀ ਜਿਹੜੇ ਉਹਦੇ ਉੱਤੇ ਲਾਰਡ ਵਿਲੀਅਮ ਬੈਂਟਿਕ ਵੱਲੋਂ ਜ਼ੋਰ ਦਿੱਤਾ ਗਿਆ। ਬੈਂਟਿਕ ਨੇ ਵੱਧ ਤਨਖਾਹ ਵਾਲੇ ਜਿਹੜੇ ਅੰਗਰੇਜ਼ ਅਫਸਰ ਸੀ ਉਹਦੀ ਜਗ੍ਹਾ ਤੇ ਭਾਰਤੀਆਂ ਨੂੰ ਨਿਯੁਕਤ ਕਰਕੇ ਜਿੰਨਾ ਸੰਭਵ ਹੋ ਸਕੇ ਖਰਚਾ ਘਟਾਉਣ ਦੀ ਜਿਹੜੀ ਕੋਸ਼ਿਸ਼ ਕੀਤੀ। ਜਿਹੜੇ ਭਾਰਤੀਆਂ ਉਹਨਾਂ ਨੂੰ ਘੱਟ ਤਨਖਾਹ ਤੇ ਨਿਯੁਕਤ ਕੀਤਾ ਜਾਂਦਾ ਸੀ। ਠੀਕ ਹੈ ਜੀ, ਧਿਆਨ ਰੱਖ ਲੈਣਾ ਹੈ। ਇਸ ਤੋਂ ਬਿਨਾਂ ਜਿਹੜਾ ਅਫੀਮ ਦਾ ਜਿਹੜਾ ਵਪਾਰ ਹੈ ਉਸ ਨੂੰ ਨਿਯਮਿਤ ਕੀਤਾ ਗਿਆ, ਰੈਗੂਲੇਟ ਕੀਤਾ ਗਿਆ, ਪੂਰੀ ਤਰ੍ਹਾਂ ਕੰਟਰੋਲ ਵਿੱਚ ਲਿਆਂਦਾ ਗਿਆ, ਲਾਇਸੈਂਸ ਦਿੱਤੇ ਗਏ ਤੇ ਇਸ ਅਫੀਮ ਨੂੰ ਸਿਰਫ ਬੰਬਈ ਬੰਦਰਗਾਹ ਤੋਂ ਨਿਰਯਾਤ ਕਰਨ ਦੀ ਆਗਿਆ ਦਿੱਤੀ ਗਈ। ਇਸ ਦੇ ਨਾਲ ਕੰਪਨੀ ਨੂੰ ਐਕਸਪੋਰਟ ਟੈਕਸ ਦਾ ਹਿੱਸਾ ਵੀ ਮਿਲਣ ਲੱਗਿਆ। ਇਸ ਤਰ੍ਹਾਂ ਕੰਪਨੀ ਦੀ ਇਨਕਮ ਦੇ ਵਿੱਚ ਵਾਧਾ ਹੋਇਆ। ਇਸ ਤੋਂ ਇਲਾਵਾ ਉਸਨੇ ਲੋਹੇ ਕੋਲੇ ਦੇ ਉਤਪਾਦਨ, ਚਾਹ ਤੇ ਕੌਫੀ ਦੇ ਬਾਗ ਤੇ ਨਹਿਰੀ ਪ੍ਰੋਜੈਕਟ ਜਿਹੜੇ ਉਸ ਨੂੰ ਵੀ ਉਤਸ਼ਾਹਿਤ ਕੀਤਾ ਤੇ ਇਹਨਾਂ ਯਤਨਾਂ ਦੇ ਨਾਲ ਵੀ ਕੰਪਨੀ ਦੇ ਸਾਲਾਨਾ ਮੁਨਾਫੇ ਦੇ ਵਿੱਚ ਕਾਫੀ ਵਾਧਾ ਹੋਇਆ। ਹਾਂਜੀ, ਉਸ ਤੋਂ ਬਾਅਦ ਹੈ ਜੀ ਨਿਆਇਕ ਪ੍ਰਸ਼ਾਸਨ ਦੇ ਵਿੱਚ ਸੁਧਾਰ। ਲਾਰਡ ਕਾਰਨਵਾਲਿਸ ਦੁਆਰਾ ਜਿਹੜੀਆਂ ਅਦਾਲਤਾਂ ਬਣਾਈਆਂ ਗਈਆਂ ਸੀ, ਪ੍ਰੋਵਿੰਸ਼ੀਅਲ, ਅਪੀਲੀ ਤੇ ਸਰਕਟ ਅਦਾਲਤਾਂ। ਜਿਹੜੀਆਂ ਸਰਕਟ ਅਦਾਲਤਾਂ ਹੈ ਇਹ ਫੌਜਦਾਰੀ ਅਦਾਲਤਾਂ ਦਾ ਹੀ ਇੱਕ ਰੂਪ ਸੀਗਾ। ਅਜਿਹੀਆਂ ਅਦਾਲਤਾਂ ਜਿਨ੍ਹਾਂ ਵਿੱਚ ਭਾਰਤੀ ਜੱਜ ਕੰਮ ਕਰਦੇ ਸੀ ਉਹਨਾਂ ਫੌਜਦਾਰੀ ਅਦਾਲਤਾਂ ਨੂੰ ਖਤਮ ਕਰਕੇ ਸਰਕਟ ਅਦਾਲਤਾਂ ਬਣਾਈਆਂ ਗਈਆਂ ਸੀ। ਤੇ ਪ੍ਰੋਵਿੰਸ਼ੀਅਲ ਅਪੀਲੀ ਅਦਾਲਤਾਂ, ਇਹਨੂੰ ਆਪਾਂ ਪ੍ਰਾਂਤਿਕ ਅਦਾਲਤਾਂ ਵੀ ਕਹਿੰਦੇ ਹਾਂ ਜਾਂ ਸੂਬੇ ਦੀਆਂ ਅਦਾਲਤਾਂ ਕਹਿੰਦੇ ਹਾਂ, ਜਿਨ੍ਹਾਂ ਵਿੱਚ ਜ਼ਿਲ੍ਹੇ ਦੀਆਂ ਅਦਾਲਤਾਂ ਦੇ ਫੈਸਲਿਆਂ ਦੀ ਜਿਹੜੀ ਹੈ ਅਪੀਲ ਦੇ ਤੌਰ ਤੇ ਸੁਣਵਾਈ ਹੁੰਦੀ ਸੀ। ਠੀਕ ਹੈ ਜੀ, ਇਹਨਾਂ ਦੇ ਕੰਮ ਜਿਹੜੇ ਵਧਣ ਦੇ ਕਾਰਨ ਨਿਆਂ ਦੇ ਵਿੱਚ ਅਕਸਰ ਦੇਰੀ ਹੁੰਦੀ ਸੀ। ਤਾਂ ਵਿਲੀਅਮ ਬੈਂਟਿਕ ਨੇ ਨਿਆਂ ਪ੍ਰਣਾਲੀ ਦੇ ਇਸ ਨੁਕਸ ਨੂੰ ਦੂਰ ਕਰਨ ਦੇ ਲਈ ਸਰਕਟ ਅਦਾਲਤਾਂ ਤੇ ਸੂਬੇ ਜਾਂ ਪ੍ਰਾਂਤਾਂ ਦੀਆਂ ਅਦਾਲਤਾਂ ਨੂੰ ਬੰਦ ਕਰ ਦਿੱਤਾ ਤੇ ਇਹਨਾਂ ਅਦਾਲਤਾਂ ਦਾ ਜਿਹੜਾ ਕੰਮ ਹੈ ਉਹ ਮੈਜਿਸਟ੍ਰੇਟ ਅਤੇ ਕਲੈਕਟਰਾਂ ਨੂੰ ਸੌਂਪਿਆ ਗਿਆ। ਠੀਕ ਹੈ, ਧਿਆਨ ਰੱਖਣਾ ਹੈ ਵੀ ਇਹ ਜਿਹੜੀਆਂ ਸ਼ਕਤੀਆਂ ਜਿਹੜੀਆਂ ਲਾਰਡ ਕਾਰਨਵਾਲਿਸ ਨੇ ਕਾਰਜਕਾਰੀ ਤੇ ਨਿਆਇਕ ਸ਼ਕਤੀਆਂ ਨੂੰ ਅਲੱਗ ਕੀਤਾ ਸੀ, ਇਸ ਨੇ ਫਿਰ ਜਿਹੜੀਆਂ ਆਪਸ ਵਿੱਚ ਦੋਹਾਂ ਨੂੰ ਜੋੜ ਦਿੱਤਾ। ਜਿਹੜੇ ਕਾਰਜਕਾਰੀ ਕੰਮ ਕਰਨ ਵਾਲੇ ਜਿਹੜੇ ਅਧਿਕਾਰੀ ਆਫੀਸ਼ੀਅਲ ਕਲੈਕਟਰ ਸੀ ਉਹਨਾਂ ਨੂੰ ਹੀ ਨਿਆਇਕ ਸ਼ਕਤੀਆਂ ਜਿਹੜੀਆਂ ਲਾਰਡ ਵਿਲੀਅਮ ਬੈਂਟਿਕ ਨੇ ਸੌਂਪ ਦਿੱਤੀਆਂ। ਦਿੱਲੀ ਤੇ ਇਲਾਹਾਬਾਦ ਦੇ ਵਿੱਚ ਵੀ ਸਦਰ ਦੀਵਾਨੀ ਤੇ ਸਦਰ ਨਿਜ਼ਾਮਤ ਅਦਾਲਤਾਂ ਦੀ ਜਿਹੜੀ ਉਹ ਸਥਾਪਨਾ ਕੀਤੀ ਗਈ। ਹਾਂਜੀ, ਜਿਹੜੀ ਦੀਵਾਨੀ ਅਦਾਲਤ ਹੈ ਜਿਹੜੀ ਇਹ ਅਜਿਹੀ ਅਦਾਲਤ ਹੁੰਦੀ ਹੈ ਜਿਹਦੇ ਵਿੱਚ ਪੈਸੇ ਤੇ ਲੈ ਠੱਗੀ ਠੋਰੀ ਨਾਲ ਸੰਬੰਧਿਤ ਮਾਮਲੇ ਜਿਹੜੇ ਉਹਨਾਂ ਦੀ ਸੁਣਵਾਈ ਕੀਤੀ ਜਾਂਦੀ ਹੈ। ਤੇ ਸਦਰ ਨਿਜ਼ਾਮਤ ਅਦਾਲਤ ਇਹ ਸਭ ਤੋਂ ਉੱਚੀ ਜਾਂ ਹਾਇਰ ਕੋਰਟ ਸੀਗੀ ਜਿਹੜੀ ਕਿ ਸਿੱਧੀ ਗਵਰਨਰ ਜਨਰਲ ਤੇ ਉਸ ਦੀ ਕੌਂਸਲ ਦੇ ਅਧੀਨ ਸੀ। ਤੇ ਦਿੱਲੀ ਤੇ ਇਲਾਹਾਬਾਦ ਦੇ ਵਿੱਚ ਇਹਨਾਂ ਦੋਹਾਂ ਅਦਾਲਤਾਂ ਦੀ ਸਥਾਪਨਾ ਕਰਨ ਦੇ ਨਾਲ ਇੱਥੋਂ ਦੇ ਜਿਹੜੇ ਵਸਨੀਕ ਸੀ ਉਹਨਾਂ ਨੂੰ ਬਹੁਤ ਵੱਡੀ ਸੁਵਿਧਾ ਮਿਲੀ ਤੇ ਹੁਣ ਇਹਨਾਂ ਜਿਹੜੇ ਦਿੱਲੀ ਤੇ ਇਲਾਹਾਬਾਦ ਦੇ ਜਿਹੜੇ ਵਸਨੀਕ ਸੀ ਉਹਨਾਂ ਨੂੰ ਹੁਣ ਅਪੀਲ ਕਰਨ ਦੇ ਲਈ ਕਲਕੱਤਾ ਜਾਣ ਦੀ ਲੋੜ ਨਹੀਂ ਸੀ। ਠੀਕ ਹੈ ਜੀ, ਧਿਆਨ 'ਚ ਰੱਖਣੀ ਹੈ ਜੀ। ਹਾਂਜੀ, ਲਾਸਟ ਹੈ ਜੀ ਆਪਣੇ ਕੋਲ ਭਾਰਤੀ ਰਾਜਾਂ ਪ੍ਰਤੀ ਜਿਹੜੀ ਲਾਰਡ ਵਿਲੀਅਮ ਬੈਂਟਿਕ ਦੀ ਕੀ ਨੀਤੀ ਸੀ। ਹਾਂਜੀ, ਕੋਰਟ ਆਫ ਡਾਇਰੈਕਟਰਸ ਦੀਆਂ ਉਮੀਦਾਂ ਦੇ ਅਨੁਸਾਰ ਜਿਹੜਾ ਲਾਰਡ ਵਿਲੀਅਮ ਬੈਂਟਿਕ ਹੈ ਉਸਨੇ ਭਾਰਤੀ ਰਿਆਸਤਾਂ ਜਾਂ ਭਾਰਤੀ ਰਾਜਿਆਂ ਦੇ ਪ੍ਰਤੀ ਨਿਰਪੱਖਤਾ ਦੀ ਜਿਹੜੀ ਨੀਤੀ ਅਪਣਾਈ। ਹਾਂਜੀ, ਉਸਨੇ ਜੈਪੁਰ, ਹੈਦਰਾਬਾਦ, ਜੋਧਪੁਰ, ਬੂੰਦੀ, ਕੋਟਾ, ਭੋਪਾਲ ਦੇ ਸੰਬੰਧ ਦੇ ਵਿੱਚ ਇਸ ਨੀਤੀ ਦੀ ਪਾਲਣਾ ਕੀਤੀ। ਬਿਲਕੁਲ ਨਿਊਟਰਲ ਤੇ ਨਿਰਪੱਖ ਦੀ ਜਿਹੜੀ ਉਹ ਨੀਤੀ ਬਣਾਈ ਸੀ। ਪਰ ਮੈਸੂਰ ਦੀਆਂ ਰਿਆਸਤਾਂ, ਕੁਰਗ ਤੇ ਕਛਾੜ ਸੰਬੰਧੀ, ਠੀਕ ਹੈ, ਇਹਨਾਂ ਰਿਆਸਤਾਂ ਦੇ ਇਸ ਪ੍ਰਤੀ ਜਿਹੜੀ ਉਹ ਨਿਰਪੱਖਤਾ ਦੀ ਨੀਤੀ ਨੂੰ ਇਸਨੇ ਤਿਆਗ ਦਿੱਤਾ ਸੀ, ਛੱਡ ਦਿੱਤਾ ਸੀ। ਇਹਨਾਂ ਪ੍ਰਤੀ ਨਿਊਟਰਲ ਜਾਂ ਨਿਰਪੱਖਤਾ ਦੀ ਨੀਤੀ ਨਹੀਂ ਬਣਾਈ ਸੀ ਮੈਸੂਰ ਦੀ ਰਿਆਸਤ, ਕੁਰਗ ਦੀ ਰਿਆਸਤ ਤੇ ਕਛਾੜ ਦੀ ਰਿਆਸਤ ਪ੍ਰਤੀ। ਇਹ ਧਿਆਨ 'ਚ ਰੱਖਣਾ ਜੀ। ਹੂ ਕੰਬਾਈਨਡ ਦੀ ਆਫਿਸ ਆਫ ਦੀ ਕਲੈਕਟਰ ਵਿਦ ਡੈਟ ਆਫ ਦੀ ਮੈਜਿਸਟ੍ਰੇਟ। ਦੱਸਣਾ ਮੈਜਿਸਟ੍ਰੇਟ ਤੇ ਕਲੈਕਟਰ ਦੇ ਆਫਿਸ ਨੂੰ ਕੰਬਾਈਨ ਕਿਹਨੇ ਕੀਤਾ ਸੀ? ਹਾਂਜੀ, ਅਲੱਗ-ਅਲੱਗ ਤਾਂ ਕੀਤਾ ਸੀਗਾ ਲਾਰਡ ਕਾਰਨਵਾਲਿਸ ਨੇ ਤੇ ਇਹਨਾਂ ਦੋਹਾਂ ਨੂੰ ਫਿਰ ਇਕੱਠਾ ਜੋੜ ਦਿੱਤਾ ਸੀਗਾ ਲਾਰਡ ਵਿਲੀਅਮ ਬੈਂਟਿਕ ਨੇ। ਹਾਂਜੀ, ਦੀ ਇੰਗਲਿਸ਼ ਐਜੂਕੇਸ਼ਨ ਇਨ ਇੰਡੀਆ ਵਾਜ਼ ਇੰਟਰੋਡਿਊਸਡ ਔਨ ਦੀ ਐਡਵਾਈਸ ਆਫ। ਦੱਸਣਾ ਕਿਸ ਦੀ ਸਲਾਹ ਤੇ ਭਾਰਤ ਵਿੱਚ ਅੰਗਰੇਜ਼ੀ ਸਿੱਖਿਆ ਜਿਹੜੀ ਸ਼ੁਰੂ ਕੀਤੀ ਗਈ ਸੀ ਉਹ ਸੀ ਲਾਰਡ ਮੈਕੌਲੇ। ਹੂ ਪ੍ਰੋਵਾਈਡਡ ਇਕੁਅਲਿਟੀ at the earliest for all irrespective of race, descent, color, place of birth in holding service under the East India Company। ਈਸਟ ਇੰਡੀਆ ਕੰਪਨੀ ਦੇ ਵਿੱਚ ਬਿਨਾਂ ਰੰਗ ਭੇਦ, ਜਨਮ ਦੇ ਸਥਾਨ ਤੋਂ ਬਿਨਾਂ ਜਿਹੜੀਆਂ ਸਮਾਨ ਨੌਕਰੀਆਂ ਦੀ ਜਿਹੜੀ ਹੈ ਪ੍ਰੋਵੀਜ਼ਨ ਕਿਸ ਨੇ ਲਿਆਂਦੀ ਸੀ? ਹਾਂਜੀ, ਸੀ ਉਹ ਲਾਰਡ ਵਿਲੀਅਮ ਬੈਂਟਿਕ ਸੀ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। ਲਾਰਡ ਵਿਲੀਅਮ ਬੈਂਟਿਕ ਸੈਟ ਅਪ ਸਦਰ ਦੀਵਾਨੀ ਅਦਾਲਤ ਜਿਹਨੂੰ ਆਪਾਂ ਸਿਵਲ ਕੋਰਟ ਕਹਿ ਦਿੰਦੇ ਹਾਂ ਐਂਡ ਸਦਰ ਨਿਜ਼ਾਮਤ ਅਦਾਲਤ ਜਿਹਨੂੰ ਆਪਾਂ ਕ੍ਰਿਮੀਨਲ ਕੋਰਟ ਕਹਿ ਦਿੰਦੇ ਹਾਂ। ਇਹ ਦੱਸਣਾ ਹੈ ਵੀ ਉਸਨੇ ਕਿੱਥੇ ਸੈਟਅਪ ਕੀਤਾ ਸੀਗਾ? ਦਿੱਲੀ ਤੇ ਇਲਾਹਾਬਾਦ ਦੇ ਵਿੱਚ ਇਹਨਾਂ ਦੀ ਸਥਾਪਨਾ ਕੀਤੀ ਸੀ ਤੇ ਇਹਦਾ ਰਾਈਟ ਆਨਸਰ ਬਣੇਗਾ ਜੀ ਆਪਣੇ ਕੋਲ ਇਲਾਹਾਬਾਦ। ਹੂ ਵਾਜ਼ ਦੀ ਗਵਰਨਰ ਜਨਰਲ ਹੂ ਚੇਂਜਡ ਦੀ ਆਫੀਸ਼ੀਅਲ ਲੈਂਗੁਏਜ ਆਫ ਦੀ ਕੋਰਟ ਆਫ ਜਸਟਿਸ ਫਰੋਮ ਪਰਸ਼ੀਅਨ ਟੂ ਇੰਗਲਿਸ਼। ਦੱਸਣਾ ਹੈ ਉਹ ਕਿਹੜਾ ਗਵਰਨਰ ਜਨਰਲ ਸੀ ਜਿਸ ਨੇ ਫਾਰਸੀ ਤੋਂ ਅੰਗਰੇਜ਼ੀ ਭਾਸ਼ਾ ਜਿਹੜੀ ਅਦਾਲਤਾਂ ਦੀ ਬਦਲ ਦਿੱਤੀ ਸੀ? ਹਾਂਜੀ, ਉਹ ਸੀ ਲਾਰਡ ਵਿਲੀਅਮ ਬੈਂਟਿਕ। ਠੀਕ ਹੈ, ਲਾਰਡ ਮੈਕਾਲੇ ਦੀਆਂ ਸਿਫਾਰਸ਼ਾਂ ਤੇ। ਹੂ ਇੰਟਰੋਡਿਊਸਡ ਇੰਗਲਿਸ਼ ਮੀਡੀਅਮ ਐਜੂਕੇਸ਼ਨ ਇਨ ਇੰਡੀਆ। ਭਾਰਤ ਦੇ ਵਿੱਚ ਇੰਗਲਿਸ਼ ਮੀਡੀਅਮ ਐਜੂਕੇਸ਼ਨ ਕਿਸ ਨੇ ਜਿਹੜਾ ਇੰਟਰੋਡਿਊਸ ਕੀਤੀ ਸੀ? ਹਾਂਜੀ, ਉਹ ਸੀ ਲਾਰਡ ਮੈਕੌਲੇ।
ਲਾਰਡ ਬੈਂਟਿੰਗ ਅਪਾਇੰਟਡ ਡੈਸ਼ ਔਨ ਲੋ ਸੈਲਰੀਜ਼। ਦੱਸਣਾ ਹੈ ਲਾਰਡ ਵਿਲੀਅਮ ਬੈਂਟਿੰਗ ਨੇ ਘੱਟ ਤਨਖਾਹਾਂ ਤੇ ਕਿਹਨਾਂ ਦੀ ਨਿਯੁਕਤੀ ਕੀਤੀ ਸੀ? ਭਾਰਤੀ ਲੋਕਾਂ ਦੀ ਨਿਯੁਕਤੀ ਕੀਤੀ ਸੀ। ਹੂ ਅਮੰਗ ਦੀ ਫੋਲੋਇੰਗ ਰਿਕਮੈਂਡਡ ਟੂ ਇੰਟਰੋਡਿਊਸ ਇੰਗਲਿਸ਼ ਲੈਂਗੁਏਜ ਇਨ ਦੀ ਐਜੂਕੇਸ਼ਨ ਸਿਸਟਮ ਆਫ ਇੰਡੀਆ। ਦੱਸਣਾ ਕਿਸ ਨੇ ਭਾਰਤੀ ਐਜੂਕੇਸ਼ਨ ਸਿਸਟਮ ਦੇ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਇੰਟਰੋਡਿਊਸ ਕਰਨ ਦੀ ਸਿਫਾਰਿਸ਼ ਕੀਤੀ ਸੀ? ਉਹ ਸੀ ਲਾਰਡ ਮੈਕੌਲੇ। ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।